ਬੋਬੀ ਬਾਈ ਮੈਂ ਅਸਾਈਲਮ ਅਪਲਾਈ ਕੀਤਾ ਹੈ, ਮੇਰਾ ਵਰਕ ਪਰਮਿਟ ਆ ਗਿਆ, ਇੰਟਰਵਿਊ ਨਹੀਂ ਹੋਇਆ, ਮੈਨੂੰ ਕੋਈ ਟੈਨਸ਼ਨ ਤੇ ਨਹੀਂ, ਮੈਨੂੰ ਡਿਪੋਰਟ ਤੇ ਨਹੀਂ ਕਰਨਗੇ। ਬੋਬੀ ਬਾਈ ਮੇਰਾ ਅਸਾਈਲਮ ਅਪਲਾਈ ਹੋ ਗਿਆ, ਵਰਕ ਪਰਮਿਟ ਨਹੀਂ ਆਇਆ, ਮੇਰੇ ਵਾਸਤੇ ਕੋਈ ਮਸਲਾ ਤੇ ਨਹੀਂ, ਮੈਨੂੰ ਡਿਪੋਰਟ ਤੇ ਨਹੀਂ ਕਰਨਗੇ। ਬੋਬੀ ਬਾਈ ਮੇਰਾ ਇੰਟਰਵਿਊ ਹੋ ਚੁੱਕਿਆ ਹੈ, मेरे को वर्क परमिट भी आया, लेकिन ये तक ਉਹਦਾ ਰਿਜ਼ਲਟ ਨਹੀਂ ਆਇਆ ਇੰਟਰਵਿਊ ਦਾ, ਮੈਨੂੰ ਕੋਈ ਟੈਨਸ਼ਨ ਤੇ ਨਹੀਂ, ਮੈਨੂੰ ਡਿਪੋਰਟ ਤੇ ਨਹੀਂ ਕਰਨਗੇ, ਰਿਮੂਵ ਤੇ ਨਹੀਂ ਕਰਨਗੇ। ਬੋਬੀ ਬਾਈ ਮੇਰਾ ਸਭ ਕੁਝ ਹੋ ਗਿਆ, ਇੰਟਰਵਿਊ ਵੀ ਹੋ ਗਿਆ, ਇੰਟਰਵਿਊ 'ਚੋਂ ਮੈਂ ਫੇਲ ਵੀ ਹੋ ਗਿਆ, ਕੇਸ ਚਲਾ ਗਿਆ ਕੋਰਟ 'ਚ, ਕਿਧਰੇ ਮੈਨੂੰ ਹੁਣ ਰਿਮੂਵ ਤੇ ਨਹੀਂ ਕਰ ਦੇਣਗੇ, ਮੈਨੂੰ ਡਿਪੋਰਟ ਤੇ ਨਹੀਂ ਕਰ ਦੇਣਗੇ। ਇਹ ਸਾਰੇ ਸਵਾਲਾਂ ਦਾ ਜਵਾਬ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੇਣਾ ਔਰ ਨਾਲ ਦੱਸਣਾ ਕਿ ਕਿਹਨੂੰ ਰਿਮੂਵ ਕਰ ਰਹੇ ਨੇ, ਕਿਹਦੇ ਵਾਸਤੇ ਖਤਰਾ ਹੈ, ਪੂਰੀ ਡਿਟੇਲ ਦੱਸਾਂਗਾ। ਅਸਾਈਲਮ ਸੀਕਰ ਬਹੁਤ ਪਰੇਸ਼ਾਨ ਨੇ, ਉਹਨਾਂ ਦੀ ਪਰੇਸ਼ਾਨੀ ਦੀ ਵਜ੍ਹਾ ਨਾਲ ਮੈਂ ਇੱਕ ਡਿਟੇਲ ਵੀਡੀਓ ਬਣਾ ਰਿਹਾ। ਚੈਨਲ ਨੂੰ ਪਲੀਜ਼ ਫਾਲੋ ਕਰ ਲਓ, ਇਹ ਪੰਜਾਬੀ ਚੈਨਲ ਹੈ, ਸਿਰਫ ਪੰਜਾਬੀ ਵੀਡੀਓ ਹੈ। ਤੇ दूसरी गल है कि कोई लाइक शेयर कमेंट कर दिया करो। आने अपने मौजू वाल, जिस बंदे का असैलम अप्लाई होया और उस बंदे ने वर्क परमिट ले लिया, काम कर रहा है, इंटरव्यू नहीं होया, बिल्कुल टेंशन फ्री होकर अपनी फैमिली ते तवज्जो देवे, अपना काम करे, उसका किसी चीज़ का कोई ताल्लुक नहीं है, जिहड़ियां खबरां सुनदा उसदा कोई ताल्लुक नहीं, वो इंटरव्यू होएगा उस तो बाद दे प्रोसैस भी ने, टेंशन फ्री हो जाओ। एक बंदा जिन्हें असैलम अप्लाई किया लेकिन उसका ये वर्क परमिट नहीं आया, ਉਹਦੇ वास्ते भी ਇਹੋ हिदायत है कि अपनी फैमिली ते तवज्जो देवे और असैलम का वेट करे। पहला इंटरव्यू का वेट करेगा, दूसरा अपने वर्क परमिट का वेट करेगा, तीसरा बंदा जिहदा इंटरव्यू हो गया रिजल्ट नहीं आया, वो सिर्फ दुआ करे। अगर उसका केस स्ट्रोंग है, टेंशन फ्री हो जाए, फिर भी दुआ करे और अपने रिजल्ट का इंतजार करे, उन्होंने डिपोर्ट नहीं करते एडी जल्दी, टेंशन फ्री हो जाए। चौथा बंदा जो इंटरव्यू फेल हो गया, उन्होंने कोर्ट 'ਚ चला गया, वो भी टेंशन फ्री हो जाए। हुण उन्हें की करना, अपने वकील नाल मिले, जिथे केस के कोई प्रॉब्लम है, कोई स्पेस रह गई है, कोई मसला बन गया है, उन्होंने करे। कोई डॉक्यूमेंट्स की अगर लग्या कि नहीं पूरे होए या उन्होंने कोई इतराज़ लाया, वो चीज़ों पूरा करके दुआ करके तो इंटरव्यू अपनी पेशी ते जावे। ਇਹ ਜੇ ਪੂਰੀ ਸੂਰਤ ਹਾਲ। ਹੁਣ ਆ ਗਈ ਅਗਰ ਇਸ ਸਵਾਲ ਨੂੰ ਤੁਸੀਂ ਕਹੋਗੇ ਯਾਰ ਤੇ ਫਿਰ ਕੱਢ ਕੇ ਨਾ ਰਹੇ ਨੇ, ਤੇ ਟੀਵੀ ਭਰਿਆ ਪਿਆ, ਸੋਸ਼ਲ ਮੀਡੀਆ ਭਰਿਆ ਪਿਆ, ਜਿੱਥੇ ਬਹਿਨੇ ਇੱਕੋ ਹੀ ਗੱਲ ਹੁੰਦੀ ਹੈ। ਉਹ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਦੇਖੋ ਜੀ, ਤੁਸੀਂ ਕੀਤਾ ਆਪਣਾ ਅਪਲਾਈ ਅਸਾਈਲਮ, ਤੁਹਾਡਾ ਵਰਕ ਪਰਮਿਟ ਆ ਗਿਆ, ਲੇਕਿਨ ਤੁਸੀਂ ਕਦੀ ਤੁਹਾਡਾ ਇੰਟਰਵਿਊ ਨਹੀਂ ਹੋਇਆ, ਲੇਕਿਨ ਤੁਹਾਡੀ ਇੱਕ ਕ੍ਰਿਮੀਨਲ ਹਿਸਟਰੀ ਹੈ। ਜਦੋਂ ਤੁਸੀਂ ਫਿੰਗਰਪ੍ਰਿੰਟਸ ਦੇਣੇ ਨੇ ਨਾ, ਤੁਹਾਡੀ ਸਾਰੀ ਹਿਸਟਰੀ ਬਾਹਰ ਆ ਜਾਣੀ ਹੈ, ਜਾਂ ਤੁਹਾਡੀ ਰਿਪੋਰਟ ਹੋ ਗਈ, ਜਾਂ ਉਹਨੇ ਤੁਹਾਡੇ ਮੁਲਕ 'ਚ ਤੁਹਾਡੀ ਚੈਕਿੰਗ ਕਰ ਲਈ, ਤੇ ਜਨਾਬੇ ਵਾਲਾ ਉਹ ਇੰਟਰਵਿਊ ਤੋਂ ਪਹਿਲੇ ਹੀ ਉਹਨੇ ਤੁਹਾਨੂੰ ਰਿਮੂਵਲ 'ਚ ਪਾ ਦੇਣਾ। ਉਹਨਾਂ ਨੂੰ ਫੜਦੇ ਪਏ ਜੇ। ਜਿਹੜੀ ਤੁਸੀਂ ਰੋਜ਼ਾਨਾ ਗੱਲ ਸੁਣਦੇ ਹੋ ਨਾ ਕਿ ਜਨਾਬ ਉਹ ਐਨੇ ਚੁੱਕ ਲਏ ਜੀ, ਐਨੇ ਉਹ ਕਰ ਲਏ, ਕ੍ਰਿਮੀਨਲ ਕੱਢ ਰਹੇ, ਕ੍ਰਿਮੀਨਲ ਕੱਢ ਰਹੇ, ਅਸੀਂ ਅਮਰੀਕਾ ਨੂੰ ਸਾਫ਼ ਕਰ ਰਹੇ ਕ੍ਰਿਮੀਨਲਸ ਤੋਂ, ਉਹ ਇਹ ਗੱਲ ਹੈ, ਉਹ ਕ੍ਰਿਮੀਨਲਸ ਨੂੰ ਉਹ ਕੱਢ ਰਹੇ ਨੇ। ਹੁਣ ਜਨਾਬ ਤੁਹਾਡਾ ਤਾਂ ਇਹ ਵਰਕ ਪਰਮਿਟ ਵੀ ਨਹੀਂ ਆਇਆ, ਕੁਛ ਵੀ ਨਹੀਂ ਹੋਇਆ, ਲੇਕਿਨ ਤੁਹਾਡੀ ਵੀ ਹਿਸਟਰੀ ਹੈ, ਤੁਹਾਨੂੰ ਵੀ ਕੱਢ। ਜਿੱਤੀ ਵੀ ਕ੍ਰਿਮੀਨਲ ਹਿਸਟਰੀ ਹੋਏਗੀ ਔਰ ਉਹ ਇਹ ਰਿਮੂਵੇਬਲ ਵਾਲੀ ਸਿਚੁਏਸ਼ਨ 'ਚ ਨਹੀਂ ਗਿਆ, ਉਹਦਾ ਕੇਸ ਇਹ ਪੂਰਾ ਰਿਜੈਕਟ ਨਹੀਂ ਹੋਇਆ, ਫਿਰ ਵੀ ਉਹਨੂੰ ਕੱਢ ਸਕਦੇ ਨੇ, ਉਹਨਾਂ ਨੂੰ ਹੀ ਕੱਢ ਰਹੇ ਨੇ। ਇਹ ਉਹਨਾਂ ਦੇ ਇੰਟਰਵਿਊ ਵੀ ਨਹੀਂ ਆਏ, ਕੁਛ ਵੀ ਨਹੀਂ ਹੋਇਆ, ਕਈਆਂ ਦੇ ਤੇ ਵਰਕ ਪਰਮਿਟ ਵੀ ਨਹੀਂ ਆਏ, ਤੇ ਉਹਨਾਂ ਨੂੰ ਵੀ ਕੱਢ ਰਹੇ ਨੇ। ਕਿਉਂ? ਕਿ ਉਹਨਾਂ ਦੀ ਇੱਕ ਕ੍ਰਿਮੀਨਲ ਹਿਸਟਰੀ, ਉਹਨੇ ਕ੍ਰਾਈਮ ਕੀਤੇ ਨੇ। ਹੁਣ ਆ ਗਈ ਦੂਸਰੀ ਗੱਲ, ਤੁਸੀਂ ਅਪਲਾਈ ਕੀਤਾ ਹੈ, ਤੁਸੀਂ ਵੇਟ ਕਰ ਰਹੇ ਹੋ ਸੋਸ਼ਲ ਸਿਕਿਉਰਿਟੀ ਦਾ ਜਾਂ ਉਹਦਾ ਵਰਕ ਪਰਮਿਟ ਦਾ ਜਾਂ ਇੰਟਰਵਿਊ ਦਾ, ਇਸ ਦੌਰਾਨ ਤੁਸੀਂ ਕੋਈ ਕ੍ਰਾਈਮ ਕਰ ਦਿੰਦੇ ਹੋ, ਫਿਰ ਵੀ ਤੁਹਾਨੂੰ ਕੱਢ ਦੇਣਗੇ। ਉਹਨਾਂ ਨੇ ਨਹੀਂ ਵੇਟ ਕਰਨਾ ਕਿ ਉਹਨਾਂ ਦਾ ਇੰਟਰਵਿਊ ਹੋਵੇ ਕੋਰਟ 'ਚੋਂ, ਫਿਰ ਵੀ ਤੁਹਾਨੂੰ ਦੇਖੋ ਕੱਢਣ ਦਾ ਮਕਸਦ ਕੀ ਹੈ, ਇਹ ਨਹੀਂ ਕਿ ਘਰੋਂ ਚੁੱਕਣਾ ਤੇ ਫੜ ਲਿਆ, ਉਹ ਤੁਹਾਨੂੰ ਰਿਮੂਵੇਬਲ ਪ੍ਰੋਸੈਸ 'ਚ ਪਾਉਣਗੇ। ਫਿਰ ਜੱਜ ਕਹੇਗਾ ਹਾਂਜੀ ਇਹਨੂੰ ਕੱਢੋ, ਸਾਰਾ ਕੰਮ ਜੱਜ ਦੇ ਥਰੂ ਹੁੰਦਾ ਹੈ। ਇੱਥੇ ਇਸ ਤਰ੍ਹਾਂ ਜ਼ਿਆਦਤੀ ਨਹੀਂ ਹੁੰਦੀ ਕਿ ਉਹ ਜੀ ਬਸ ਚੁੱਕ ਲਿਆ, ਨਹੀਂ ਨਹੀਂ, ਪੂਰਾ ਇੱਕ ਪ੍ਰੋਸੈਸ ਚੱਲਦਾ, ਪ੍ਰੋਸੈਸ ਤੋਂ ਬਾਅਦ ਫੈਸਲਾ ਹੋ ਕੇ ਤੁਹਾਨੂੰ ਬਾਹਰ ਕੱਢਿਆ ਜਾਂਦਾ। ਲੇਕਿਨ ਇਹ ਚੀਜ਼ਾਂ ਤੋਂ ਬੰਦਿਆਂ ਨੂੰ ਫੜਦੇ ਪਏ ਨੇ, ਰਿਮੂਵ ਕਰ ਰਹੇ ਨੇ, ਰਿਮੂਵਿੰਗ ਪ੍ਰੋਸੈਸ 'ਚ ਪਾ ਰਹੇ। ਦੇਖੋ ਇਸ ਟਾਈਮ ਸਭ ਤੋਂ ਵੱਡਾ ਮਸਲਾ ਰਿਮੂਵਿੰਗ ਪ੍ਰੋਸੈਸ 'ਚ ਪੈ ਜਾਣਾ। ਤੁਸੀਂ ਰਿਮੂਵਿੰਗ ਪ੍ਰੋਸੈਸ 'ਚ ਆ ਗਏ ਤੇ ਤੁਸੀਂ ਸਮਝੋ ਕਿ ਖਤਰੇ ਦੀ ਲਕੀਰ ਤੋਂ ਕ੍ਰਾਸ ਹੋ ਗਏ, ਹੁਣ ਖਤਰਾ ਹੀ ਖਤਰਾ ਹੈ। ਹੁਣ ਇਹ ਆ ਗਏ ਕ੍ਰਾਈਮ ਵਾਲੇ ਆ ਗਏ। ਹੁਣ ਆ ਗਈ ਜਨਾਬੇ ਵਾਲਾ ਦੂਸਰੀ ਗੱਲ ਜਿਹੜੀ ਤੁਸੀਂ ਬਹੁਤ ਰੋਜ਼ਾਨਾ ਸੁਣਦੇ ਹੋ, ਤੁਸੀਂ ਕਹਿੰਦੇ ਹੋ ਯਾਰ ਬੋਬੀ ਬਾਈ ਇਹ ਕੀ ਗੱਲਾਂ ਕਰ ਰਿਹਾ, ਟੀਵੀ ਭਰਿਆ ਪਿਆ, ਬੰਦਿਆਂ ਨੂੰ ਫੜਦੇ ਪਏ ਨੇ, 25 ਸਾਲ ਬੰਦਾ ਰਹਿ ਗਿਆ, 35 ਸਾਲ ਬੰਦਾ ਰਹਿ ਗਿਆ, 30 ਸਾਲ ਹੋ ਗਏ, 20 ਸਾਲ ਹੋ ਗਏ, ਉਹਨਾਂ ਨੂੰ ਰਿਮੂਵ ਕਰ ਰਹੇ ਨੇ। ਦੋਸਤੋ, ਤੇ ਮੇਰਾ ਤੇ ਕਿਉਂਕਿ ਤੁਹਾਨੂੰ ਪਤਾ ਕੰਮ ਬਣ ਗਿਆ, ਹੁਣ ਤੁਹਾਡੀ ਵਜ੍ਹਾ ਨਾਲ ਤੁਹਾਡੀ ਮਦਦ ਕਰਨਾ, ਮੇਰਾ ਕਿਹੜਾ ਕੋਈ ਬਿਜ਼ਨਸ ਹੈ, ਤੇ ਮੈਂ ਉਹ ਸਾਰੇ ਲੋਕਾਂ ਦੀ ਸਟੋਰੀ ਦੀ ਡਿਟੇਲ 'ਚ ਜਾਂਦਾ, ਭਾਵੇਂ ਉਹ ਪਾਕਿਸਤਾਨੀ ਹੈ, ਭਾਵੇਂ ਇੰਡੀਅਨ ਹੈ, ਭਾਵੇਂ ਉਹ ਥਾਈਲੈਂਡ ਦਾ, ਭਾਵੇਂ ਯੂਰਪੀਅਨ ਹੈ, ਉਹਨਾਂ ਦੀ ਡਿਟੇਲ 'ਚ ਜਾ ਕੇ ਕੁਛ ਚੀਜ਼ਾਂ ਪਤਾ ਲੱਗਦੀਆਂ ਨੇ। ਉਹ ਮੁਜਰਮ ਨਹੀਂ ਹੁੰਦੇ ਵਿਚਾਰੇ, ਉਹਨਾਂ ਨੇ ਕੋਈ ਜੁਰਮ ਨਹੀਂ, ਉਹ ਸਾਡੇ ਵਰਗੇ ਆਮ ਇਨਸਾਨ ਹੀ ਹੁੰਦੇ ਨੇ, ਲੇਕਿਨ ਕਿਧਰੇ ਨਾ ਕਿਧਰੇ ਪਿੱਛੇ 20 ਸਾਲ ਪਹਿਲੇ, 15 ਸਾਲ ਪਹਿਲੇ, 10 ਸਾਲ ਪਹਿਲੇ ਉਹਨਾਂ ਨੂੰ ਰਿਮੂਵ 'ਚ ਪਾਇਆ ਹੁੰਦਾ, ਉਹਨਾਂ ਦਾ ਰਿਮੂਵਲ ਪ੍ਰੋਸੈਸ ਸ਼ੁਰੂ ਹੋ ਗਿਆ ਹੁੰਦਾ, ਲੇਕਿਨ ਉਹਨਾਂ ਨੇ ਸਟੇ ਲੈ ਲਿਆ, ਕੋਰਟ ਡੇਟ 'ਚ ਚਲੇ ਗਏ, ਕੋਰਟ ਡੇਟਾਂ 5-5 ਸਾਲ ਬਾਅਦ ਦੀਆਂ ਮਿਲਦੀਆਂ ਪਈਆਂ ਨੇ, ਕੋਈ ਮਸਲਾ ਹੋ ਗਿਆ, ਕੋਈ ਉਹਨਾਂ ਦਾ ਕੇਸ ਇਹ ਰੁਕਿਆ ਹੈ ਤੇ ਉਹ ਰਿਮੂਵੇਬਲ ਨੇ, ਲੇਕਿਨ ਕੇਸ ਉਹਨਾਂ ਦਾ ਚੱਲ ਰਿਹਾ, ਇਸ ਵਾਸਤੇ ਉਹਨਾਂ ਨੂੰ ਵਰਕ ਪਰਮਿਟ ਵੀ ਮਿਲ ਰਿਹਾ, ਸਭ ਕੁਛ ਕਰ ਰਿਹਾ। ਉਹ ਦੂਸਰੇ ਉਹ ਨੇ ਜਿਨ੍ਹਾਂ ਦਾ ਰਿਮੂਵਿੰਗ ਦੇ ਆਰਡਰ ਆ ਗਏ, ਉਸ ਤੋਂ ਬਾਅਦ ਉਹ ਕੋਰਟ ਗਏ ਹੀ ਨਹੀਂ, ਉਹ ਬਸ ਆਰਾਮ ਨਾਲ ਚੁੱਪ ਕਰਕੇ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ, ਉਹ ਫੜੇ ਜਾ ਰਹੇ ਨੇ। ਹੁਣ ਇਹ ਕ੍ਰਿਮੀਨਲ ਲੋਕ ਨਹੀਂ ਗਏ, ਇਹਨਾਂ ਦਾ ਕੇਸ ਰਿਜੈਕਟ ਹੋਏ ਨੇ 20 ਸਾਲ ਪਹਿਲੇ, 25 ਸਾਲ ਪਹਿਲੇ। ਸਾਲਾਂ ਦੇ ਨਾਲ ਕਿਸੇ ਦੀ ਐਬਿਲਿਟੀ ਦਾ ਨਹੀਂ ਪਤਾ ਚੱਲਦਾ। ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ, ਇਹ ਨਾ ਸੋਚਿਆ ਕਰੋ ਯਾਰ ਬੋਬੀ 22 ਸਾਲ ਤੋਂ ਇੱਥੇ ਰਹਿ ਰਿਹਾ ਤੇ ਬੋਬੀ ਬੜਾ ਕਾਬਲ ਹੈ, ਉਹਨੂੰ ਅਮਰੀਕਾ ਦਾ ਸਾਰਾ ਪਤਾ ਹੈ। ਨੋ 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 ਨੋ, ਇਹਦਾ ਸਾਲਾਂ ਨਾਲ ਕੋਈ ਤਾਲੁਕ ਹੀ ਨਹੀਂ ਹੈਗਾ। ਇੱਕ ਨਵੇਂ ਸਾਲ ਵਾਲਾ ਬੰਦਾ ਆਉਂਦਾ, ਬਲਕਿ ਕਈ ਮੈਨੂੰ ਯੰਗ ਲੜਕੇ ਲੜਕੀਆਂ ਮਿਲਦੇ ਨੇ ਤੇ ਉਹ ਇੰਨੇ ਕਾਬਲ ਹੁੰਦੇ ਨੇ, ਉਹਨਾਂ ਨੂੰ ਇੰਨੀ ਅਮਰੀਕਾ ਦੀ ਸਮਝ ਹੁੰਦੀ ਕਿ ਅਸੀਂ ਉਹਨਾਂ ਕੋਲ
ਸਿੱਖਣੇ ਔਰ ਸਿੱਖਣਾ ਵੀ ਚਾਹੀਦਾ, ਜਿਹਨੂੰ ਇਹਨਾਂ ਮੇਰੇ ਕੋਲ ਸਿੱਖੋ। ਇਸ ਵਾਸਤੇ ਤੁਸੀਂ ਆ ਨਾ ਦੇਖੋ ਯਾਰ 35 ਸਾਲਾਂ ਨੂੰ ਕੱਢਦਾ ਮੇਰਾ ਕੀ ਬਣੇਗਾ, ਨਾ 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 ਨਾ, ਉਹਦੇ ਪਿੱਛੇ ਇੱਕ ਹਿਸਟਰੀ ਹੈ, ਉਹ ਹਿਸਟਰੀ ਤੱਕ ਤੁਸੀਂ ਨਹੀਂ ਜਾਂਦੇ। ਉਹ ਮੈਂ ਜਾਣਾ ਕਿਉਂਕਿ ਮੇਰਾ ਕੰਮ ਜੋ ਹੋਇਆ, ਕਿਉਂਕਿ ਹਿਸਟਰੀ ਪੜ੍ਹਾਂਗੇ ਤੇ ਅੱਗੇ ਗੱਲ ਪਤਾ ਲੱਗੇਗੀ ਨਾ ਪਰੇਸ਼ਾਨੀ ਹੈ ਕਿ ਨਹੀਂ ਪਰੇਸ਼ਾਨੀ। ਤੇ ਅਜੇ ਤੱਕ ਮੈਨੂੰ ਕੋਈ ਐਸਾ ਕੇਸ ਨਹੀਂ ਮਿਲਿਆ ਜਿਹਦੇ ਪਿੱਛੇ ਉਹਨਾਂ ਨੂੰ ਰਿਮੂਵਲ 'ਚ ਨਾ ਪਾਇਆ ਗਿਆ ਹੋਵੇ। ਰਿਮੂਵਲ 'ਚ ਪਾਇਆ ਗਿਆ ਕਿਸੇ ਵਜ੍ਹਾ ਨਾਲ ਵੀ, ਇਹ ਨਹੀਂ ਕਿ ਉਹ ਕੋਈ ਵਿਚਾਰਿਆਂ ਦਾ ਕੋਈ ਕਸੂਰ ਸੀ, ਕੋਈ ਉਹ ਮੁਜਰਮ ਸਨ ਜਾਂ ਕੋਈ ਉਹਨਾਂ ਦੀ ਗਲਤੀ ਸੀ, ਉਹੀ ਕੇਸ ਦੇ ਵਿੱਚ ਕੋਈ ਡਾਕੂਮੈਂਟਸ ਰਹਿ ਗਿਆ, ਕੁਛ ਇਹ ਹੋ ਗਿਆ, ਕੁਛ ਹੋ ਗਿਆ, ਬਸ ਛੋਟੀ ਮੋਟੀ ਗੱਲ ਦੇ ਕੋਈ ਪੇਸ਼ੀ ਤੇ ਨਹੀਂ ਜਾ ਸਕਿਆ। ਇਸ ਵਜ੍ਹਾ ਦੇ ਨਾਲ ਇਹ ਤੁਸੀਂ ਜਿਹੜੀਆਂ ਖਬਰਾਂ ਸੁਣਦੇ ਹੋ ਨਾ, ਤੁਹਾਨੂੰ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਜਾਂ ਜਿੱਥੇ ਤੁਸੀਂ ਬੈਠਦੇ ਹੋ ਗੱਲ ਹੁੰਦੀ, ਇਹ ਵਜ੍ਹਾ ਆ ਗਈ। ਹੁਣ ਅਗਲੀ ਗੱਲ, ਇਸ ਤੋਂ ਇਲਾਵਾ ਹੁਣ ਦੇਖੋ, ਅਗਰ ਤੁਸੀਂ ਆਪਣੇ ਕੇਸ ਹੀਅਰਿੰਗ ਤੇ ਨਾ ਗਏ, ਤੁਸੀਂ ਆਪਣੇ ਇੰਟਰਵਿਊ ਤੇ ਨਾ ਗਏ, ਫਿਰ ਵੀ ਪਾ ਦੇਣਗੇ ਰਿਮੂਵ। ਅਗਰ ਤੁਸੀਂ ਇਸ ਤਰ੍ਹਾਂ ਆਪਣੇ ਮੁਲਕ ਸਫ਼ਰ ਕਰ ਲਿਆ, ਗਏ, ਫਾਰਗ ਹੋ ਗਏ, ਵੈਸੇ ਤੁਹਾਨੂੰ ਆਉਣ ਹੀ ਨਹੀਂ ਦੇਣਗੇ, ਲੇਕਿਨ ਤੁਸੀਂ ਫਾਰਗ ਹੋ ਗਏ। ਤੀਸਰੀ ਗੱਲ ਕਿ ਤੁਸੀਂ ਜਨਾਬੇ ਵਾਲਾ ਕੋਈ ਡਾਕੂਮੈਂਟ ਸ਼ਾਰਟ ਜਾਂ ਫੇਕ ਹੈ, ਫਿਰ ਵੀ ਰਿਮੂਵ 'ਚ ਚਲੇ ਜਾਓਗੇ। ਅਗਲੀ ਗੱਲ ਜਨਾਬੇ ਵਾਲਾ ਬੜੀ ਇੰਪੋਰਟੈਂਟ, ਕਿ ਤੁਸੀਂ ਕੋਈ ਐਸਾ ਜੁਰਮ ਕਰ ਲਿਆ ਆਪਣੇ ਸਾਰੇ ਪ੍ਰੋਸੈਸ ਤੋਂ ਪਹਿਲੇ ਜਾਂ ਬਾਅਦ, ਉਹ ਵੀ ਤੁਸੀਂ ਉਹਦੇ ਵਿੱਚ ਚਲੇ ਗਏ, ਰਿਮੂਵਲ ਦੇ ਵਿੱਚ ਚਲੇ ਗਏ। ਔਰ ਆਖਰੀ ਸਭ ਤੋਂ ਇੰਪੋਰਟੈਂਟ ਗੱਲ, ਜਿਹੜੀ ਨਵੀਂ ਗੱਲ ਸ਼ੁਰੂ ਹੋਈ ਹੈ, ਤੁਸੀਂ ਐਨੂਅਲ ਫੀਸ ਨਾ ਦਿੱਤੀ। ਜਿਹੜੀ ਮੈਂ ਤੁਹਾਨੂੰ ਇਹ 5 ਦਿਨ 6 ਦਿਨ ਪਹਿਲੇ ਇਹ ਸਟੋਰੀ ਸੁਣਾਈ ਹੈ ਕਿ ਰਿਮੂਵਲ ਪ੍ਰੋਸੈਸ ਸ਼ੁਰੂ ਹੋ ਗਿਆ, ਕੀ ਜੀ ਐਨੂਅਲ ਫੀਸ ਜਮ੍ਹਾਂ ਨਹੀਂ ਕਰਾਈ, ਲੈਟਰ ਆਇਆ, ਈਮੇਲ ਆਈ, ਉਹਨੂੰ ਇਗਨੋਰ ਕਰਤਾ, ਉਹ ਨਹੀਂ ਦਿੱਤੀ, ਉਹ 100 102 ਡਾਲਰ ਜੋ ਵੀ ਹੈ, ਹੁਣ ਉਹ ਵੀ ਰਿਮੂਵੇਬਲ ਹੈ। ਇਹ ਕੇਸ ਨੇ। ਤੇ ਜਿਨ੍ਹਾਂ ਦੇ ਨਾਰਮਲ ਕੇਸ ਚੱਲ ਰਹੇ ਨੇ ਉਹ ਸਕੂਨ ਨਾਲ ਜਾਣ, ਕਿਉਂਕਿ ਰੋਜ਼ਾਨਾ ਤੁਸੀਂ ਮੇਰੇ ਕੋਲ ਇਹ ਗੱਲ ਪੁੱਛਦੇ ਹੋ, ਮੈਨੂੰ ਪਤਾ ਹੈ ਜਿੱਥੇ ਬਹਿਨੇ, ਮੈਂ ਵੀ ਜਿੱਥੇ ਜਾਂਦਾ ਇਹੋ ਹੀ ਗੱਲਾਂ ਹੁੰਦੀਆਂ ਨੇ। ਔਰ ਇੰਨੀ ਮਿਸਕਨਸੈਪਸ਼ਨ ਫੈਲੀ ਹੈ, ਇੰਨੀ ਅਫਵਾਹਾਂ, ਇੰਨਾ ਕੁਝ ਫੈਲਿਆ, ਜੇ ਸਾਡਾ ਜੋ ਤੁਹਾਨੂੰ ਪਤਾ ਸਾਡਾ ਸਟਾਈਲ ਹੈ ਨਾ, ਜੋ ਦਿਲ ਕਰੇ ਅਸੀਂ ਕਹਿ ਦਿੰਦੇ ਹਾਂ, ਉਹ ਫਿਰ ਫੈਲਦਾ ਜਾਂਦਾ। ਕਮਿਊਨਿਟੀ ਛੋਟੀ ਹੁੰਦੀ ਹੈ, ਉਹ ਹਰ ਇੱਕ ਨੂੰ ਫੈਲਿਆ ਜਾਂਦਾ। ਯਾਨੀ ਮੈਂ ਇੱਕ ਜਗ੍ਹਾ ਤੇ ਗਿਆ, ਉੱਥੇ ਗੱਲ ਹੋ ਰਹੀ, ਉਹ ਜੀ ਹੁਣ ਜਿਹੜਾ ਸਪੋਜ਼ ਵੀਜ਼ਾ ਤੇ 7-7 ਸਾਲ 'ਚ ਲੋਕ ਆ ਰਹੇ ਨੇ। ਹੁਣ ਮੈਂ ਉੱਥੇ ਕੀ ਬਹਿਸ ਕਰਾਂ, ਕੀ ਗੱਲ ਕਰ ਸਕਦਾ? ਮੈਂ ਖਾਮੋਸ਼ ਹੋ ਕੇ ਚੁੱਪ ਕਰਕੇ ਮੈਂ ਗੁੱਸੇ ਹੀ ਲਾ ਦਿੰਦਾ ਵਾ। ਹੁਣ ਜ਼ਾਹਰ ਐਸਾ ਨਹੀਂ ਹੈ ਨਾ, ਫਿਰ ਐਸਾ ਨਹੀਂ ਕਹਿੰਦੇ ਨੇ ਜੀ ਉਹ ਸਪੋਜ਼ ਵੀਜ਼ੇ ਵਾਲੇ 7-7 ਬਾਰ ਆ ਰਹੇ ਨੇ ਜੀ, ਸਾਰੇ ਅਸਾਈਲਮ ਵਾਲਿਆਂ ਨੂੰ ਕੱਢਦੇ ਪਏ ਨੇ, ਐਂ ਜੀ ਗੱਲ ਫਿਰ ਅੱਗੇ ਦੀ ਅੱਗੇ ਫੈਲ ਜਾਂਦੀ ਹੈ, ਪਿੱਛੇ ਕੋਈ ਡਿਟੇਲ 'ਚ ਨਹੀਂ ਜਾਂਦਾ। ਹੁਣ ਮੈਂ ਐਸੇ ਵਾਸਤੇ ਡਿਟੇਲ 'ਚ ਜਾ ਕੇ ਵੀਡੀਓ ਬਣਾਉਣਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਹਕੀਕਤ ਕੀ ਹੈ ਤੇ ਅਫਵਾਹ ਕੀ ਹੈ, ਬਿਲਕੁਲ ਐਕੂਰੇਟ ਖਬਰ। ਇਹ ਨਹੀਂ ਕਿ ਇੱਧਰ ਉੱਧਰ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨਾ। ਮੈਂ ਕਹਿੰਦਾ ਤੁਹਾਡੇ ਕੋਲ ਫੀਸ ਲੈਣੀ, ਜਿਹੜਾ ਮੈਂ ਤੁਹਾਨੂੰ ਡਰਾ ਕੇ ਤੇ ਤੁਹਾਡਾ ਕੰਮ, ਤੁਹਾਡੇ ਪੈਸੇ ਫੜਾ, ਜਾਂ ਤੁਹਾਨੂੰ ਖੁਸ਼ ਕਰਕੇ ਤੁਹਾਡੇ ਕੋਲ ਪੈਸੇ ਫੜਾ, ਤੇ ਇਸ ਵਾਸਤੇ ਟੈਨਸ਼ਨ ਫਰੀ ਹੋ ਜਾਓ, ਕੋਈ ਮਸਲਾ ਨਹੀਂ। ਜਿਨ੍ਹਾਂ ਦੇ ਜੋ ਕੈਟੇਗਰੀਆਂ ਦੱਸਦੀਆਂ ਨੇ ਉਸ ਹਿਸਾਬ ਦੇ ਨਾਲ ਉਹ ਬੈਠੋ। ਤੇ ਚੈਨਲ ਨੂੰ ਪਲੀਜ਼ ਫਾਲੋ ਕਰ ਲਓ, ਪੰਜਾਬੀ ਚੈਨਲ ਲਗਾ ਜੀ। ਥੈਂਕ ਯੂ ਸੋ ਮਚ।